ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। मैं हाँ नवजोत कौर सिद्धू ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਪ੍ਰੋਗਰਾਮ। ਅੱਜ ਦੀ ਗੱਲ ਤੇ ਜੋ ਵਿਸ਼ਾ ਅੱਜ ਦੀ ਗੱਲ ਦੇ ਵਿੱਚ ਚੁਣਿਆ ਗਿਆ ਉਹ ਇਹ ਹੈ ਕਿ ਆਖਰ ਕਿਉਂ ਕਾਮਯਾਬ ਨਹੀਂ ਹੋ ਰਿਹਾ ਪਰਾਲੀ ਪ੍ਰਬੰਧਨ। ਜਦੋਂ ਕਿਸਾਨੀ ਦੀ ਗੱਲ ਚੱਲਦੀ ਹੈ, ਪੈਲੀਆਂ ਦੀ ਗੱਲ ਚੱਲਦੀ ਹੈ ਤੇ ਨਾਲ ਦੀ ਨਾਲ ਹੀ ਪਰਾਲੀ ਦੀ ਗੱਲ ਚੱਲਦੀ ਹੈ। ਲੰਮੇ ਸਮੇਂ ਤੋਂ ਸਾਡੀ ਚਰਚਾ ਦਾ ਵਿਸ਼ਾ ਪਰਾਲੀ ਬਣ ਰਹੀ ਹੈ। ਹਾਲਾਂਕਿ ਸਮੇਂ ਸਿਰ ਬਹੁਤ ਸਾਰੀਆਂ ਕੋਸ਼ਿਸ਼ਾਂ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ, ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਪਰ ਉਹਦੇ ਬਾਵਜੂਦ ਨਵੀਆਂ ਚੁਣੌਤੀਆਂ ਹਰ ਰੋਜ਼ ਸਾਡੇ ਸਾਹਮਣੇ ਨੇ। ਪਰਾਲੀ ਨੂੰ ਲੈ ਕੇ ਰੋਜ਼ ਨਵੀਂ ਗੱਲ ਇੱਕ ਛਿੜਦੀ ਹੈ, ਨਵੀਂ ਚਰਚਾ ਛਿੜਦੀ ਹੈ ਤੇ ਇਸੇ ਚਰਚਾ ਨੂੰ ਜਲੰਧਰ ਦੂਰਦਰਸ਼ਨ ਦੇ ਵਿਹੜੇ 'ਚ इस चैनल के मंच तो असीं अज छेड़न जा रहे हैं। गलबात करांगे इस मंच के उत्ते, इस विषय के उत्ते जिहदे बारे गलबात करन लई अज दे मेहमान जो साडे स्टूडियो 'च पहुंच चुके हैं। तुहानूं मिलवाउंदे हां। सब तो पहला स्वागत करते हैं रणबीर सिंह रंधावा होरां दा। रंधावा जी बहुत बहुत स्वागत है जी। रंधावा जी रिटायर्ड खेतीबाड़ी इंजीनियर ने ते उसदे बिल्कुल नाल सीनियर पत्रकार अश्विनी कुमार खुराना जी बैठे ने। अश्विनी जी बहुत बहुत स्वागत करते हैं जी। ਗੱਲ ਜਦੋਂ ਅਸੀਂ ਕਰਦੇ ਹਾਂ ਪਰਾਲੀ ਦੀ ਤੇ ਸਭ ਤੋਂ ਪਹਿਲੀ ਗੱਲ ਜਿਹੜੀ ਸਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ ਇਹ ਹੈ ਪ੍ਰਬੰਧਾਂ ਨੂੰ ਲੈ ਕੇ। ਤੇ ਜਦੋਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਰੰਧਾਵਾ ਸਾਹਿਬ, ਸਭ ਤੋਂ ਪਹਿਲਾ ਸਵਾਲ ਹੀ ਖੇਤੀਬਾੜੀ ਡਿਪਾਰਟਮੈਂਟ ਵਿਭਾਗ ਦੇ ਉੱਤੇ ਆ ਜਾਂਦਾ ਹੈ। ਕਿਉਂ ਅਸੀਂ ਇੱਥੇ ਫੇਲ ਹੋ ਰਹੇ ਹਾਂ? ਕਿਉਂ ਪ੍ਰਬੰਧਾਂ ਨੂੰ ਸਮਝ ਨਹੀਂ ਪਾ ਰਹੇ? ਆਖਰ ਕਿੱਥੇ ਕਮੀਆਂ ਆ ਰਹੀਆਂ ਨੇ? ਹਾਂਜੀ ਨਵਜੋਤ ਜੀ, ਜਿਸ ਤਰ੍ਹਾਂ ਤੁਸੀਂ ਪਰਾਲੀ ਦੀ ਗੱਲ ਕੀਤੀ, ਆਪਾਂ ਵਿਸ਼ਾ ਜਿਹੜਾ ਵਾ ਸਾਡਾ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਸਤੇ ਆ। ਸੋ ਸਾਡੇ ਪੰਜਾਬ ਦੇ ਵਿੱਚ ਬੜਾ ਕਾਫੀ ਰਕਬਾ ਵੱਡੇ ਦੇ ਵਿੱਚ ਜਿਹੜੀ ਝੋਨੇ ਦੀ ਕਾਸ਼ਤ ਹੁੰਦੀ ਆ। ਜੇ ਮੈਂ ਕਹਿ ਲਵਾਂ 2.82 ਮਿਲੀਅਨ ਹੈਕਟਰ ਦੇ ਵਿੱਚ ਇਹਦਾ ਜਿਹੜਾ ਰਕਬਾ ਬਿਜਾਈ ਹੁੰਦੀ ਆ। ਇਸੇ ਤਰ੍ਹਾਂ ਇਹਦੀ ਜਿਹੜੀ ਪਰਾਲੀ ਆ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਧਰ 'ਤੇ ਪਰਾਲੀ ਜਿਹੜੀ ਉਹ ਪੰਜਾਬ ਦੇ ਵਿੱਚ ਪੈਦਾ ਹੁੰਦੀ ਆ, ਜਿਹਦੇ ਵਿੱਚ ਆਪਾਂ 21 ਮਿਲੀਅਨ ਟਨ ਜਿਹੜੀ ਆ ਉਹ ਪਰਾਲੀ ਜਿਹੜੀ ਆ ਉਹ ਪ੍ਰੋਡਿਊਸ ਆਪਾਂ ਜਦੋਂ ਝੋਨਾ ਦੀ ਕਲਮ ਬਣਾ ਲੈਂਦੇ ਹਾਂ ਤੇ ਫਿਰ ਪਰਾਲੀ ਵੀ ਇੰਨੀ ਕੁ ਨਿਕਲਦੀ ਹੈ ਜੀ। ਸੋ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜਿਹੜਾ ਪ੍ਰੈਕਟਿਸ ਹੈ ਉੱਥੇ ਵੀ ਝੋਨੇ ਦੀ ਕਾਸ਼ਤ ਹੁੰਦੀ ਆ ਔਰ ਪਰਾਲੀ ਉੱਥੇ ਵੀ ਬਹੁਤ ਜ਼ਿਆਦਾ ਇਵੇਂ ਹੀ ਨਿਕਲਦੀ ਆ। ਸੋ ਇਹਦੇ ਵਿੱਚ ਜਿਹੜਾ ਪਰਾਲੀ ਦਾ ਪ੍ਰਬੰਧਨ ਕਰਨਾ ਜਿਹੜਾ ਵਾ, ਪਹਿਲਾਂ ਸੀਗਾ ਕਿ ਸਾਡੇ ਕੋਲ ਥੋੜ੍ਹੇ ਏਰੀਏ ਦੇ ਵਿੱਚ ਸਾਡੇ ਕੋਲ ਪਾਣੀ ਦੇ ਪ੍ਰਬੰਧ ਘੱਟ ਸੀਗੇ। ਹੁਣ ਸਾਡੇ ਕੋਲ ਪਰਾਲੀ ਦੇ ਪਾਣੀ ਦੇ ਪ੍ਰਬੰਧ ਬਹੁਤ ਵਧੀਆ ਨੇ ਔਰ ਸਾਡੇ ਕੋਲ ਮਸ਼ੀਨਰੀ ਬਹੁਤ ਵਧੀਆ ਵਾ। ਅਸੀਂ ਝੋਨਾ ਕਾਫੀ ਵੱਡੇ ਏਰੀਏ 'ਚ ਲਗਾ ਰਹੇ ਹਾਂ। ਸੋ ਉਹਦੇ ਨਾਲ ਝੋਨੇ ਦੀ ਜਿਹੜੀ ਕਟਾਈ ਆ ਉਹ ਕੰਬਾਈਨਾਂ ਦੇ ਨਾਲ ਅਸੀਂ ਹਾਰਵੈਸਟ ਕੰਬਾਈਨਾਂ ਕਰਾ ਰਹੇ ਹਾਂ, ਜਿਹਦੇ ਵਿੱਚ ਅਸੀਂ 90 ਤੋਂ 95% ਜਿਹੜੀ ਆ ਉਹ ਕੰਬਾਈਨਾਂ ਦੇ ਨਾਲ ਹਾਰਵੈਸਟਿੰਗ ਕਰਾ ਰਹੇ ਹਾਂ ਜੀ। ਸੋ ਹਾਰਵੈਸਟ ਕੰਬਾਈਨਾਂ ਜਿਹੜੀਆਂ ਜਦੋਂ ਉਹ ਆਪਣੇ ਝੋਨੇ ਦੀ ਪਰਾਲੀ ਨੂੰ ਉਹਦੀ ਕਟਾਈ ਕਰਦੀਆਂ ਵਾ, ਉਹਦੀ ਜਿਹੜੀ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ 14 ਫੁੱਟ ਬਲੇਡ ਦੇ ਵਿੱਚ ਜਿਹੜੀ ਕਟਾਈ ਕਰਦੀਆਂ ਨੇ। ਤੇ ਜਦੋਂ ਉਹਦਾ ਲੂਸ ਟਰਾ ਹੁੰਦਾ ਪਿੱਛੋਂ ਜੇ ਡਿੱਗਦਾ ਵਾ, ਦਾਣੇ ਨੂੰ ਵੱਖਰੇ ਕਰਕੇ ਆਪਾਂ ਟਰਾਲੀ 'ਚ ਲੋਡ ਕਰ ਲੈਂਦੇ ਹਾਂ। ਤੇ ਜਦੋਂ ਪਰਾਲੀ ਡਿੱਗਦੀ ਆ ਤਾਂ ਉਹ ਬਿਲਕੁਲ 4-5 ਫੁੱਟ ਦੇ ਵਿੱਚ ਡਿੱਗਦੀ ਆ। ਸੋ ਉੱਥੇ ਕਾਰਨ ਇਹ ਬਣ ਜਾਂਦਾ ਕਿ ਪਰਾਲੀ ਨੂੰ ਜਾਂ ਤਾਂ ਪ੍ਰੋਪਰ ਸਪਰੈਡ ਕਰ ਲਿਆ ਜਾਵੇ। ਉਹਦੇ ਲਈ ਹੋਰ ਟੈਕਨੀਕਸ ਵੀ ਆਈਆਂ ਨੇ, ਮੈਂ ਉਹਦੇ ਬਾਰੇ ਵੀ ਗੱਲ ਕਰਾਂਗਾ ਜੀ। ਤੇ ਉਹ ਪਰਾਲੀ ਦਾ ਸਾਰਾ ਪ੍ਰੋਪਰ ਪ੍ਰਬੰਧਨ ਕਰਕੇ ਹੀ ਅਸੀਂ ਉਹ ਜ਼ਮੀਨ ਦੀ ਅਗਲੀ ਤਿਆਰੀ ਜਿਹੜੀ ਹੈ, ਚਾਹੇ ਉਹ ਸਬਜ਼ੀ ਬੀਜਣੀ ਹੈ, ਸਭ ਤੋਂ ਪਹਿਲਾਂ ਸਬਜ਼ੀ ਸ਼ੁਰੂ ਹੁੰਦੀ ਆ। ਕਿਉਂਕਿ ਪੰਜਾਬ ਦੇ ਵਿੱਚ ਸਾਡੇ ਕੋਲ 10-15% ਏਰੀਆ ਇੱਦਾਂ ਦਾ ਹੈਗਾ ਜਿਹਦੇ ਵਿੱਚ ਸਬਜ਼ੀ ਦੀ ਕਾਸ਼ਤ ਹੁੰਦੀ ਆ ਝੋਨੇ ਤੋਂ ਬਾਅਦ। ਫਿਰ ਕਣਕ ਦੀ ਵੀ ਕਾਸ਼ਤ ਕਰਦੇ, ਫਿਰ ਫਸਲਾਂ ਲੈਂਦੇ ਆ। ਤੇ ਉਹਦੇ ਲਈ ਫਿਰ ਸਾਨੂੰ ਪਰਾਲੀ ਦਾ ਕਈ ਵਾਰੀ ਹੁੰਦਾ ਕਿ ਉਸ ਕੁਸ਼ਕ ਤੇ ਉਦੋਂ ਨਵੀਂ ਜਦੋਂ ਹਰੀ ਪਰਾਲੀ ਹੁੰਦੀ ਆ ਤੇ ਉਹਦੇ ਵਿੱਚ ਪਸ਼ੂਆਂ ਦੇ ਚਾਰੇ ਲਈ ਪਰਾਲੀ ਜਿਹੜੀ ਉਹ ਬਾਹਰ ਕੱਢ ਲਈ ਜਾਂਦੀ ਆ, ਕੁਛ ਸਾਂਭ ਲਈ ਜਾਂਦੀ ਆ। ਪਰ ਫਿਰ ਵੀ ਜਿਹੜੀ ਪਰਾਲੀ ਜਿਹੜੀ ਆ ਕੰਬਾਈਨ ਦੀ ਕੱਟੀ ਉਹ ਕਿਸੇ ਪਾਸੇ ਨਹੀਂ ਲੱਗਦੀ। ਤੇ ਕਿਸਾਨ ਕੀ ਕਰਦੇ ਆ ਕਿ ਜਦੋਂ ਪੈਲੀ ਨੂੰ ਜ਼ਮੀਨ ਨੂੰ ਅਸੀਂ ਬਣਾਉਣਾ ਹੁੰਦਾ, ਆਲੂ, ਮਟਰ, ਸੇਮ ਫਲੀ ਜਿੱਦਾਂ ਦੀ ਸਬਜ਼ੀ ਦੀ ਕਾਸ਼ਤ ਕਰਨੀ ਆ, ਤੇ ਉਹ ਸਤੰਬਰ ਦੇ ਮਹੀਨੇ ਜਿਹੜੀ ਅਗੇਤੀਆਂ ਵੈਰਾਈਟੀਆਂ ਉਹਦੀ ਜਦੋਂ ਕਟਾਈ ਹੋ ਜਾਂਦੀ ਆ ਤੇ ਉਹਦੀ ਤਿਆਰੀ ਕਰਨ ਲਈ ਕਿਸਾਨ ਅਕਸਰ ਅੱਗ ਲਗਾ ਦਿੰਦੇ ਆ ਤੇ ਪਾਰਸ਼ਲ ਬਰਨਿੰਗ ਹੋ ਜਾਂਦੀ ਆ। ਸੋ ਇਹਦੇ ਵਿੱਚ ਹਾਂ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਡਿਪਾਰਟਮੈਂਟ ਐਗਰੀਕਲਚਰ ਨੇ ਪਿਛਲੇ 5-7 ਸਾਲ ਤੋਂ ਬਹੁਤ ਜ਼ੋਰਦਾਰ ਉਪਰਾਲੇ ਕੀਤੇ ਹੋਏ ਨੇ। ਮਸ਼ੀਨਸ ਵੀ ਕਾਫੀ ਦਿੱਤੀਆਂ ਹੋਈਆਂ ਨੇ। ਯੂਨੀਵਰਸਿਟੀ ਐਗਰੀਕਲਚਰ ਦੇ ਜਿਹੜੇ ਰਿਸਰਚ ਸਾਇੰਟਿਸਟ ਨੇ, ਰਿਸਰਚ ਇੰਜੀਨੀਅਰਸ ਨੇ ਔਰ ਮੈਨੂਫੈਕਚਰ ਨੇ ਬੜਾ ਵਧੀਆ ਰੋਲ ਆਪਣਾ ਅਦਾ ਕੀਤਾ ਹੋਇਆ ਜੀ। ਰੰਧਾਵਾ ਸਾਹਿਬ ਮੈਂ ਮਾਫੀ ਚਾਹੁੰਦੀ, ਤੁਹਾਡੀ ਗੱਲ ਤੇ ਮੈਂ ਫਿਰ ਦੁਬਾਰਾ ਆਵਾਂਗੀ। ਖੁਰਾਨਾ ਸਾਹਿਬ, ਜਦੋਂ ਮੀਡੀਆ ਦੀ ਆਪਾਂ ਗੱਲ ਕਰਦੇ, ਮੀਡੀਆ ਦੇ ਖੇਤਰ ਦੇ ਨਾਲ ਬਹੁਤ ਲੰਮਾ ਸਮਾਂ ਤੁਸੀਂ ਹੰਢਾਇਆ, 2-4 ਹੁੰਦੇ ਹੋ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਪਰਾਲੀ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਲਗਾਤਾਰ ਹਿੱਸਾ ਬਣਦੀਆਂ ਆ ਰਹੀਆਂ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਤੇ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ। ਉਹਨਾਂ ਨੇ ਵੀ ਪਿਛਲੇ ਦਿਨੀ ਆਪਣੇ ਅਖਬਾਰਾਂ 'ਚ ਖਬਰਾਂ ਲੱਗੀਆਂ ਸੀਗੀਆਂ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਪ੍ਰਬੰਧ ਕਰਨ ਦੀ, ਪਰ ਤਰਾਸਦੀ ਇਹ ਨਿਕਲੀ ਕਿ ਉਹਨਾਂ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਪਰਾਲੀ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੋਈਆਂ। ਕੀ ਕਾਰਨ ਮੰਨਦੇ ਉਹਨਾਂ ਨੂੰ? ਪਰਾਲੀ ਦੀ ਜਿੱਥੋਂ ਤੱਕ ਗੱਲ ਹੈ ਜੀ ਕਿ ਇਹ ਜਿਹੜਾ ਸ਼ਬਦ ਹੈ ਇਹ ਮੀਡੀਆ ਦੇ ਧਿਆਨ ਦੇ ਵਿੱਚ ਪਿਛਲੇ 5-7-8 ਸਾਲ ਤੋਂ ਨਜ਼ਰ ਆ ਰਿਹਾ ਜੀ। ਜੇ ਮੇਰਾ ਮੀਡੀਆ ਦਾ ਕੈਰੀਅਰ 30 ਸਾਲ ਦਾ ਹੈ ਤੇ ਪਹਿਲੇ 20 ਸਾਲ ਤੇ ਮੈਨੂੰ ਪਰਾਲੀ ਦਾ ਪਤਾ ਹੀ ਨਹੀਂ ਸੀਗਾ, ਕਿਉਂਕਿ ਅਸੀਂ ਸ਼ਹਿਰੀ ਖੇਤਰ ਦੇ ਵਿੱਚ ਕਰਦੇ ਰਹੇ ਹਾਂ
ਚਲੋ ਪਤਾ ਵੀ ਸੀਗਾ, ਪਰ ਉਹ ਇੰਨਾ ਗੰਭੀਰ ਵਿਸ਼ਾ ਨਹੀਂ ਸੀਗਾ। ਹੁਣ ਜਦੋਂ ਦਾ ਪਰਾਲੀ ਨੂੰ ਪ੍ਰਦੂਸ਼ਣ ਦੇ ਨਾਲ, ਪੋਲਿਊਸ਼ਨ ਲੈਵਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਇੱਕ ਮੀਡੀਆ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਮੀਡੀਆ ਵੀ ਜਿਹੜਾ ਹੈ ਉਹ ਆਪਣਾ ਪੋਲਿਊਸ਼ਨ ਲੈਵਲ ਦੇ ਪ੍ਰਤੀ ਉਨਾ ਹੀ ਚਿੰਤਿਤ ਹੈ ਜਿੰਨੀਆਂ ਸਰਕਾਰਾਂ, ਜਿੰਨੀਆਂ ਆਮ ਲੋਕਾਂ ਦੇ ਵਿੱਚ ਵੀ ਇਹ ਰੁਝਾਨ ਵਧਿਆ ਹੈ ਕਿ ਪੋਲਿਊਸ਼ਨ ਨੂੰ ਉਹ ਇੱਕ ਐਨਮੀ ਦੀ ਤਰ੍ਹਾਂ ਦੇਖਣ ਲੱਗ ਪਏ ਆ। ਤੇ ਉਦੋਂ ਦਾ ਇਹ ਪਰਾਲੀ ਨਾਲ ਜਦੋਂ ਦਾ ਪ੍ਰਦੂਸ਼ਣ ਨੂੰ ਜੋੜਿਆ ਜਾ ਰਿਹਾ ਹੈ, ਉਦੋਂ ਤੋਂ ਸਾਰਿਆਂ ਨੂੰ ਇਹ ਪਰਾਲੀ ਨਜ਼ਰ ਆ ਰਹੀ ਹੈ, ਜਦਕਿ ਪੰਜਾਬ ਤਾਂ ਸ਼ੁਰੂ ਤੋਂ ਹੀ ਝੋਨੇ ਦੀ ਕਾਸ਼ਤ ਦੇ ਵਿੱਚ, ਕਣਕ ਦੀ ਕਾਸ਼ਤ ਦੇ ਵਿੱਚ ਮੋਹਰੀ ਰਿਹਾ ਹੈ। ਸੈਂਟਰਲ ਪੂਲ 'ਚ ਸਭ ਤੋਂ ਜ਼ਿਆਦਾ ਜਿਹੜਾ ਹਿੱਸਾ ਹੈ ਉਹ ਪੰਜਾਬ ਦਾ ਰਿਹਾ ਹੈ। ਪਰ ਇਹ ਹੁਣ ਕੀ ਕਾਰਨ ਹੈ ਕਿ ਇਹ ਪ੍ਰਦੂਸ਼ਣ ਦੇ ਲਈ, ਵੱਧਦੇ ਪ੍ਰਦੂਸ਼ਣ ਦੇ ਲਈ ਪਰਾਲੀ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ? ਐਸਾ ਨਹੀਂ ਹੈ। ਵੱਧ ਰਿਹਾ ਸ਼ਹਿਰੀਕਰਨ, ਇੰਡਸਟਰੀ, ਵਾਟਰ ਪੋਲਿਊਸ਼ਨ, 에ਅਰ ਪੋਲਿਊਸ਼ਨ ਦੇ ਹੋਰ ਕਾਰਨ, ਇਹ ਸਾਰੇ ਪ੍ਰਦੂਸ਼ਣ ਲਈ ਜ਼ਿੰਮੇਦਾਰ ਹੈ, ਜਦਕਿ ਸਰਕਾਰਾਂ ਜਾਂ ਰਾਜਨੀਤੀ ਕਰਨ ਵਾਲੇ ਜਿਹੜੇ ਆ ਉਹ ਬਾਰ-ਬਾਰ ਪਰਾਲੀ ਨੂੰ ਇੱਕ ਰਾਜਨੀਤਿਕ ਹਥਿਆਰ ਬਣਾ ਰਹੇ ਆ। ਮੈਨੂੰ ਇਹ ਵੀ ਨਹੀਂ ਅੱਛਾ ਲੱਗਦਾ ਕਿ ਆਪਾਂ ਬਿਲਕੁਲ ਹੀ ਪਰਾਲੀ ਨੂੰ ਇਗਨੋਰ ਵੀ ਕਰ ਦਈਏ ਕਿ ਖੇਤਾਂ 'ਚ ਨਹੀਂ ਸਾੜੀ ਜਾ ਰਹੀ। ਹੁਣ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ, ਇਸ ਪਾਰਟੀ ਨੇ ਇਦਾਂ ਦੇ ਮੁੱਦੇ ਬਹੁਤ ਚੁੱਕੇ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ, ਹਰਿਆਣਾ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਦੇਖਿਆ ਜਾਵੇ ਤਾਂ ਦਿੱਲੀ ਔਰ ਪੰਜਾਬ ਦੇ ਵਿੱਚ ਦੋਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇ ਇਹ ਬਿਹਤਰ ਤਾਲਮੇਲ ਨਾਲ ਕੰਮ ਕਰਦੇ, ਚਾਹੇ ਹਲੇ 8 ਮਹੀਨੇ ਹੀ ਹੋਏ ਇਹਨਾਂ ਨੂੰ ਇੱਥੇ ਆਏ ਨੂੰ, ਜੇ ਬਿਹਤਰ ਤਾਲਮੇਲ ਨਾਲ ਕੰਮ ਕਰਦੇ ਤੇ ਇਹ ਜਿਹੜਾ ਸੀਜ਼ਨ ਹੈ ਇਹ ਪਰਾਲੀ ਦੀਆਂ ਇੰਨੀਆਂ ਘਟਨਾਵਾਂ ਨਾ ਹੁੰਦੀਆਂ ਜਿੰਨੀਆਂ ਹੁਣ ਦੇਖਣ ਨੂੰ ਆ ਰਹੀਆਂ। ਰੰਧਾਵਾ ਸਾਹਿਬ, ਖੁਰਾਣਾ ਜੀ ਦੀ ਜਿਹੜੀ ਗੱਲ ਹੈ ਆਖਰੀ, ਮੈਂ ਉੱਥੋਂ ਗੱਲ ਜੋੜਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਦੋਨੋਂ ਪਾਸੇ ਸਰਕਾਰ ਹੈ, ਪਰਾਲੀ ਦੀ ਫਿਰ ਗੱਲ ਚੱਲਦੀ ਹੈ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਪਰ ਮੈਂ ਅਗਲੇ ਸਵਾਲ ਤੇ ਆਉਣੀ ਆ ਕਿ ਫਿਰ ਦੋਨੋਂ ਸਰਕਾਰਾਂ ਮਿਲ ਕੇ ਕੰਮ ਕਿਉਂ ਨਹੀਂ ਕਰ ਪਾ ਰਹੀਆਂ ਜਾਂ ਕਰਦੀਆਂ? ਨਵਜੋਤ ਜੀ, ਗੱਲ ਇਸ ਤਰ੍ਹਾਂ ਕਿ ਪਰਾਲੀ ਦਾ ਜਿਹੜਾ ਜੋ ਸਾਨੂੰ ਮੁਸ਼ਕਲ ਆ ਰਹੀ ਹੈ ਨਾ, ਮੈਂ ਕਹਿ ਰਿਹਾ ਕਿ 5-7 ਸਾਲ ਤੋਂ ਹੀ ਆ ਰਹੀ ਹੈ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਹਰ ਸਰਕਾਰ ਦੀ ਆਪਣੀ ਪਾਲਿਸੀ ਹੁੰਦੀ ਹੈ, ਆਪਣੇ ਤਰੀਕੇ ਨਾਲ ਗੱਲ ਕਰਦੀ ਹੈ। ਠੀਕ ਹੈ ਕਿ ਇਹਨਾਂ ਨੇ ਵੀ ਬਹੁਤ ਵੱਡਾ ਇੱਕ ਕਦਮ ਚੁੱਕਿਆ ਸੀਗਾ ਕਿ ਜਿਵੇਂ ਕਿਸਾਨਾਂ ਨੂੰ ਇੱਕ ਪ੍ਰਪੋਜ਼ਲ ਦੱਸੀ ਸੀਗੀ ਕਿ ਅਸੀਂ 2500 ਰੁਪਈਆ ਜਿਹੜਾ ਵਾ ਉਹ ਅਸੀਂ ਤੁਹਾਨੂੰ ਪ੍ਰਪੋਜ਼ਲ ਬਣਾਈ ਸੀਗੀ ਔਰ ਉਹਦੇ ਵਾਸਤੇ ਸੰਜੀਦਾ ਵੀ ਸੀਗੇ। ਸ਼ਾਇਦ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਆ। ਸੋ ਉਹਦੇ ਲਈ ਜਦੋਂ ਸੈਂਟਰ ਸਰਕਾਰ ਨਾਲ ਇਹਨਾਂ ਨੇ ਆਪਣੀ ਗੱਲਬਾਤ ਕੀਤੀ ਆ, ਜਿਵੇਂ ਵੀ ਇਹਨਾਂ ਨੂੰ ਆਸ ਸੀਗੀ ਜਾਂ ਇਹਨਾਂ ਨੇ ਜਿਵੇਂ ਵੀ ਆਪਣੀ ਸਰਕਾਰ ਦੀਆਂ ਪਾਲਿਸੀਜ਼ ਹੁੰਦੀਆਂ ਨੇ ਉਹਦੇ ਵਿੱਚ ਇਹਨਾਂ ਨੂੰ ਸਫਲਤਾ ਨਹੀਂ ਮਿਲ ਸਕੀ। ਸੋ ਆਪਣਾ ਵੀ ਹਿੱਸਾ ਪਾਉਣਾ ਚਾਹੁੰਦੇ ਸੀ, ਦਿੱਲੀ ਸਰਕਾਰ ਵੀ ਪਾਉਣਾ ਚਾਹੁੰਦੀ ਸੀਗੀ। ਸ਼ਾਇਦ ਇੱਥੇ ਇਹ ਕਿਤੇ ਕਮੀ ਰਹਿ ਗਈ ਆ। ਸੋ ਕਿਸਾਨਾਂ ਦੇ ਮਨਾਂ ਦੇ ਵਿੱਚ ਜਦੋਂ ਇਹ ਗੱਲ ਚਲੇ ਜਾਂਦੀ ਆ ਕਿ ਸਾਨੂੰ 2500 ਰੁਪਈਆ ਮਿਲਣ ਵਾਲਾ, ਤੇ ਕਿਸਾਨ ਵੀ ਥੋੜਾ ਜਿਹਾ ਤਿਆਰ ਹੋ ਜਾਂਦੇ ਵੀ ਚਲੋ ਜੇ ਸਾਨੂੰ ਮਿਲ ਜਾਏਗਾ ਤੇ ਅਸੀਂ ਇਹਨੂੰ ਆਪਾਂ ਕਿਤੇ ਨਾ ਕਿਤੇ ਵਰਤ ਲਵਾਂਗੇ। ਔਰ ਨੋ ਡਾਊਟ ਕਿ ਸਾਨੂੰ ਇਹ ਤੇ ਜਦੋਂ ਅਸੀਂ ਜ਼ਮੀਨ ਬਣਾਉਂਦੇ ਆ ਖਰਚਾ ਆਉਂਦਾ ਵਾ। ਮੈਂ ਗੱਲ ਕੀਤੀ ਸੀ ਸਬਜ਼ੀਆਂ ਵਾਲੇ, ਸਬਜ਼ੀਆਂ ਦੀ ਬਿਜਾਈ ਕਰਨ ਤੋਂ ਪਹਿਲਾਂ ਸਾਨੂੰ ਜੋ ਅਸੀਂ ਪਰਾਲੀ ਦਾ ਪ੍ਰਬੰਧਨ ਕਰਨਾ ਹੋਵੇ ਸਾਡਾ 5 ਤੋਂ 6000 ਰੁਪਈਆ ਘੱਟੋ ਘੱਟ ਖਰਚਾ ਆ ਜਾਂਦਾ। ਤੇ ਉਹਦੇ ਲਈ ਕਿਸਾਨ ਚਾਹੁੰਦੇ ਆ ਕਿ ਜੇ ਸਬਜ਼ੀਆਂ ਦੀ ਕਾਸ਼ਤ ਕਰਨੀ ਸਾਨੂੰ ਥੋੜੇ ਪੈਸੇ ਉਹਦੀ ਕੰਪਨਸੇਸ਼ਨ ਹੋ ਜੇ ਤੇ ਸਾਨੂੰ ਉਹਦਾ ਫਾਇਦਾ ਹੋ ਜੇ। ਇਹਦੇ ਚ ਇੱਕ ਚੀਜ਼ ਹੋਰ ਜੁੜੀ, ਖੁਰਾਣਾ ਸਾਹਿਬ ਮੈਂ ਤੁਹਾਡੇ ਕੋਲ ਆਉਣੀ ਆ। 2500 ਰੁਪਈਆ ਦੇਣ ਦੀ ਗੱਲ ਕੀਤੀ ਗਈ, ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਸਕੀਮ ਸਿਰੇ ਨਹੀਂ ਚੜੀ, ਉਹ ਪ੍ਰਪੋਜ਼ਲ ਨਹੀਂ ਸਿਰੇ ਚੜ ਸਕਿਆ। ਉਹਦੇ ਬਾਵਜੂਦ ਜਿਹੜੇ ਕਿਸਾਨ ਨੇ ਇਹ ਵਾਅਦਾ ਕਰ ਲਿਆ ਸੀ ਆਪਣੇ ਆਪ ਦੇ ਨਾਲ ਕਿ ਮੈਂ ਪਰਾਲੀ ਨਹੀਂ ਸਾੜੂੰਗਾ, ਉਹ ਫੇਰ ਦੁਬਾਰਾ ਪੁਰਾਣੀ ਲੀਹ ਤੇ ਤੁਰ ਪਿਆ ਕਿ ਜੇ ਮੈਨੂੰ 2500 ਰੁਪਈਆ ਨਹੀਂ ਮਿਲਣਾ ਤਾਂ ਮੈਂ ਪਰਾਲੀ ਨੂੰ ਫਿਰ ਅੱਗ ਕਿਉਂ ਨਾ ਲਾਵਾਂ। ਇਹਦੇ ਲਈ ਮੁੱਖ ਦੋਸ਼ ਜਿਹੜਾ ਹੈ ਨਾ ਜੀ ਕਿਸਾਨ ਹੈ। ਮੈਂ ਕਿਸਾਨ ਦਾ ਮਤਲਬ ਛੋਟਾ ਕਿਸਾਨ ਲੈਣਾ ਕਿ ਜਿਹੜਾ 2, 4, 5, 10 ਏਕੜ ਦੇ ਵਿੱਚ ਖੇਤੀ ਕਰਦਾ ਹੈ, ਉਹ ਸਰਕਾਰਾਂ ਨੂੰ ਦੋਸ਼ੀ ਮੰਨ ਰਿਹਾ ਹਜੇ ਵੀ। ਚਾਹੇ ਉਹਦੇ ਆਪਣੇ ਹਿੱਤ ਹੈ, ਪਰਾਲੀ ਨੂੰ ਸਾੜ ਕੇ ਉਸੇ ਵੇਲੇ ਉਹਦਾ ਨਿਪਟਾਰਾ ਕਰ ਦੇਣੇ 'ਚ ਉਹਦੀ ਆਪਣਾ ਹੀ ਇੰਟਰਸਟ ਹੁੰਦਾ ਹੈ, ਪਰ ਫਿਰ ਵੀ ਉਹ ਸਰਕਾਰਾਂ ਨੂੰ ਇਸ ਕਰਕੇ ਦੋਸ਼ੀ ਠਹਿਰਾਉਂਦਾ ਹੈ। ਜਿਸ ਤਰ੍ਹਾਂ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਿਹੜਾ ਮਸ਼ੀਨਾਂ ਦਾ ਸਕੈਮ ਕੱਢਿਆ ਹੈ, ਜਿਹਨੂੰ ਕਿ 150 ਕਰੋੜ ਦਾ ਦੱਸਿਆ ਜਾ ਰਿਹਾ ਹੈ, ਉਹਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੋਲਿਊਸ਼ਨ ਲੈਵਲ ਤੋਂ ਚਿੰਤਿਤ ਹੁੰਦੇ ਹੋਏ ਮਸ਼ੀਨਰੀ ਇੱਕ ਐਸੀ 5-7 ਸਾਲ ਪਹਿਲਾਂ ਇਜਾਦ ਕੀਤੀ ਸੀ ਕਿ ਜਿਹੜੀ ਪਰਾਲੀ ਨੂੰ ਦੇ ਨਿਪਟਾਰੇ ਦੇ ਕੰਮ ਆਏਗੀ। ਕੇਂਦਰ ਸਰਕਾਰ ਦੀ ਜਿਹੜੀ ਰੈਜ਼ੀਡਿਊ ਸਕੀਮ ਸੀਗੀ ਉਹਦੇ 'ਚ ਮੇਰੇ ਖਿਆਲ 1200 ਕਰੋੜ ਰੁਪਇਆ ਉਹਨਾਂ ਨੇ ਕੇਂਦਰ ਸਰਕਾਰ ਨੇ ਇਹਦੇ 'ਚ ਸਬਸਿਡੀ ਦਿੱਤੀ, ਮਤਲਬ ਗ੍ਰਾਂਟ ਜਾਰੀ ਕੀਤੀ, ਜਿਹਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਸਾਡੇ ਮਾਹਰ ਨੇ 93-94 ਹਜ਼ਾਰ ਮਸ਼ੀਨਾਂ ਜਿਹੜੀਆਂ ਪੰਜਾਬ 'ਚ ਵੰਡੀਆਂ ਗਈਆਂ। ਹੁਣ ਆ ਕੇ ਜਿਹੜੀ ਇਸ ਸਰਕਾਰ ਨੇ ਜਦੋਂ ਉਹਦੀ ਸਪੌਟ ਵੈਰੀਫਿਕੇਸ਼ਨ ਕਰਾਈ, ਉਹਦੇ ਬੈਨੀਫੀਸ਼ਰੀਜ਼ ਜਾਂ ਉਹ ਕਿਹੜੇ ਏਰੀਆ ਦੇ ਵਿੱਚ ਉਹ ਮਸ਼ੀਨਾਂ ਗਈਆਂ, ਤੇ ਕਰੀਬ 15% ਕੇਸ ਐਸੇ ਸਾਹਮਣੇ ਆ ਰਹੇ ਆ ਜਿੱਥੇ ਉਹ ਮਸ਼ੀਨਾਂ ਲੱਭ ਹੀ ਨਹੀਂ ਰਹੀਆਂ, ਉਹ ਬੈਨੀਫੀਸ਼ਰੀਆਂ ਦਾ ਪਤਾ ਨਹੀਂ ਲੱਗ ਰਿਹਾ। ਹੁਣ ਠੀਕ ਹੈ, ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਇਦਾਂ ਦੇ ਸੰਗੀਨ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਜਿਹੜਾ ਆ ਉਹ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਰੰਧਾਵਾ ਸਾਹਿਬ, ਮੈਂ ਇਸੇ ਗੱਲ ਤੇ ਆਉਣੀ ਹਾਂ ਜੀ।
ਇਹ ਜਿਹੜਾ ਮਸ਼ੀਨਾਂ ਜੇ ਨਹੀਂ ਲੱਭ ਰਹੀਆਂ, ਉਸ ਤੋਂ ਬਾਅਦ ਪਰਾਲੀ ਨੂੰ ਰੋਕਣ ਦੇ ਲਈ ਕੁਝ ਖੇਤੀਬਾੜੀ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ, ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਕੀ ਇਹ ਹੱਲ ਹੈਗਾ, ਇਹਨਾਂ ਚੀਜ਼ਾਂ ਦਾ ਮਸਲੇ ਦਾ ਹੱਲ ਹੈਗਾ? ਇਹ ਦੋ ਵੱਖ-ਵੱਖ ਸੈਪਰੇਟ ਗੱਲਾਂ ਨੇ ਜੀ। ਪਹਿਲਾਂ ਤਾਂ ਮੈਂ ਗੱਲ ਕਰ ਲਵਾਂ ਕਿ ਜੇ ਆਪਾਂ ਪਿਛਲੇ ਸਾਲਾਂ ਤੋਂ ਗੱਲ ਕਰ ਲਈਏ ਕਿ ਮੇਰਾ ਖਿਆਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵਾ ਕਿ 90,000 ਤੋਂ ਉੱਪਰ ਜਿਹੜੀ ਆ ਮਸ਼ੀਨਰੀ ਸੀ ਉਹ ਸਬਸਿਡੀ ਜਿਹੜੀ ਸਰਕਾਰ ਵੱਲੋਂ ਵੰਡੀ ਗਈ ਆ, ਵਿਭਾਗ ਵੱਲੋਂ ਵੰਡੀ ਗਈ ਆ। ਕਿਤੇ ਨਾ ਕਿਤੇ ਜਿੱਥੇ ਕਿਤੇ ਕੋਈ ਮੁਸ਼ਕਲ ਆਈ ਹੈ, ਥੋੜਾ ਬਹੁਤਾ ਜਿੱਥੇ ਕਿਤੇ ਕੋਈ ਗੈਪ ਰਹਿ ਗਿਆ ਜਾਂ ਉਹਦੀ ਇਨਕੁਆਇਰੀ ਚੱਲ ਰਹੀ ਹੈ, ਚਲੋ ਉਹ ਡਿਪਾਰਟਮੈਂਟ ਬਿਹਤਰ ਜਾਣਦਾ ਵਾ ਜਾਂ ਉਹਦੇ ਵਿੱਚ ਕਿਵੇਂ ਅੱਗੇ ਗੱਲ ਚੱਲ ਰਹੀ ਉਹਦੇ ਬਾਰੇ ਮੈਂ ਨਹੀਂ ਗੱਲ ਕਰਨਾ ਚਾਹਾਂਗਾ ਜੀ। ਸੈਕੰਡ ਗੱਲ ਹੈਗੀ ਕਿ ਜਦੋਂ ਅਸੀਂ ਮੁਅੱਤਲੀ ਦੀ ਗੱਲ ਕਰਦੇ ਉਹ ਮੁਅੱਤਲੀਆਂ ਜਿਹੜੀਆਂ ਹੁਣ ਜਿਹੜੇ ਸਪੌਟ ਵਧੇ ਨੇ ਕਿ ਜਿਵੇਂ ਮੈਂ ਗੱਲ ਕਰਾਂ ਕਿ ਕੱਲ੍ਹ ਦੀ ਜੋ ਨਿਊਜ਼ ਸੀਗੀ ਉਹ 34,000 ਕੇਸ ਸੀਗਾ, ਜਿਹਦੇ ਵਿੱਚ 34,000 ਪਲੱਸ ਸੀਗਾ, ਜਿਹਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੀ ਅੱਗ ਲੱਗੀ ਸੀਗੀ। ਸੋ ਇਸੇ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਵੀ ਚੱਲਦਾ ਆ ਰਿਹਾ। ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਕਿ ਇਹ ਇੱਕ ਬੜਾ ਵੱਡਾ ਇੱਕ ਹੈਡੇਕ ਆ ਕਿ ਪਰਾਲੀ ਦਾ 15-20 ਦਿਨ ਦਾ ਇਹ ਸਾਰਾ ਪ੍ਰੋਸੈਸ ਹੁੰਦਾ, ਇਹਦੇ ਵਿੱਚ ਹੀ ਪਰਾਲੀ ਸਾਂਭਣੀ ਹੁੰਦੀ ਆ, ਸਬਜ਼ੀਆਂ ਵੀ ਲੱਗਣੀਆਂ ਹੁੰਦੀਆਂ ਨੇ ਇਹਦੇ ਵਿੱਚ। ਅੱਗੇ ਆ ਕੇ ਤੁਸੀਂ ਜਿਹੜੀ ਮੇਨ ਅਸੀਂ ਕਿਹੜੀ ਕਣਕ ਦੀ ਬਿਜਾਈ ਕਰਦੇ ਆ, ਇਹਦੇ ਦੌਰਾਨ ਜ਼ਿਆਦਾ ਜਿਹੜਾ ਵਾ ਇਹ ਜਿਹੜਾ ਵਾ ਅੱਗ ਲੱਗਦੀ ਹੈ ਔਰ ਦਾ ਧੂੰਆਂ ਜਿਹੜਾ ਵਾ ਇੱਕਦਮ ਸਾਰਾ ਹਰਿਆਣਾ ਦੇ ਵਿੱਚ ਇਕੱਠੀ ਅੱਗ ਲੱਗਣ ਕਰਕੇ ਤੇ ਕਾਫੀ ਲੰਬਾ ਜਿਹੜਾ ਵਾ ਧੂੰਆਂ ਜਿਹੜਾ ਉੱਪਰ ਦੀ ਚੱਲ ਜਾਂਦਾ। ਰੰਧਾਵਾ ਸਾਹਿਬ, ਆਪਾਂ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਕਿਉਂਕਿ ਕੁਝ ਕਿਸਾਨਾਂ ਦੇ ਵਿਚਾਰ ਵੀ ਇਸੇ ਸੰਬੰਧੀ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਰਿਕਾਰਡ ਜਨਤਾ ਦੂਰਦਰਸ਼ਨ ਦੀ ਟੀਮ ਵੱਲੋਂ ਕੀਤੇ ਗਏ ਨੇ। ਸੋ ਉਹਨਾਂ ਨਾਲ ਜੁੜਦੇ ਹਾਂ, ਫਿਰ ਦੁਬਾਰਾ ਸਟੂਡੀਓ 'ਚ ਵਾਪਸ ਆਉਂਦੇ ਹਾਂ। ਇਹਨਾਂ ਸਾਡੇ ਨਾਲ ਸਪਰੇਵਾਂ ਦੇ ਵੀ ਵਾਅਦੇ ਕੀਤੇ, ਇਹਨਾਂ ਸਾਡੇ ਨਾਲ ਐਪੀਸੀਡਰਾਂ ਦੇ ਸੰਦਾਂ ਦੇ ਵੀ ਵਾਅਦੇ ਕੀਤੇ। ਇਹਨਾਂ ਨੇ ਸਾਨੂੰ ਕੋਈ ਸੰਦ ਨਹੀਂ ਦਿੱਤਾ। ਕੋਈ ਪਰਾਲੀ ਵਾਲੀਆਂ ਗੱਠਾਂ ਨੇ ਜੇ ਮੰਨ ਲਓ ਇਕੱਠੀਆਂ ਕੀਤੀਆਂ ਨੇ, ਉਹ ਰਾਲੀਆ ਇਕੱਠਾ ਹੋ ਜਾਂਦਾ ਹੈ, ਉੱਥੇ ਜ਼ੀਰੋ ਡਰਿੱਲ ਨਹੀਂ ਚੱਲਦੀ। ਉਹ ਫਿਰ ਆਮ ਮਜਬੂਰ ਜਿਹੜਾ ਕਿਸਾਨ ਹੈ ਉਹਨੂੰ ਮਜਬੂਰ ਹੋ ਕੇ ਇਹ ਜਿਹੜੀ ਅੱਗ ਲਾਉਣੀ ਪੈਂਦੀ ਹੈ। ਜੋ ਅਸੀਂ ਵੀ ਕਿਸਾਨ ਆ, ਛੋਟੇ ਕਿਸਾਨ ਹੈ, 5-5 6-6 ਕਿੱਲੇ ਦੇ ਮਾਲਕ ਨੇ, ਉਹਨਾਂ ਕੋਲੇ ਕੋਈ ਪ੍ਰਬੰਧ ਨਹੀਂ, ਕੋਈ ਉਹਨਾਂ ਕੋਲੇ ਵੱਡੇ ਟਰੈਕਟਰ ਨਹੀਂ, ਕੋਈ ਐਪੀਸੀਡਰ ਚਲਾਉਣ ਵਾਲਾ ਉਹਨਾਂ ਕੋਲੇ ਜੁਗਾੜ ਨਹੀਂ ਹੈਗਾ। ਉਹਨਾਂ ਦੀ ਇਹੀ ਮਜਬੂਰੀ ਹੈ ਵੀ ਜਿੰਨਾ ਚਿਰ ਉਹ ਖੇਤ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਚਿਰ ਉਹਨਾਂ ਦੀ ਇਹ ਜਿਹੜੀ ਮਜਬੂਰੀ ਹੈ ਕਣਕ ਬੀਜਣ ਦੀ ਜਿਹੜੀ ਇਹ ਮਸਲਾ ਹੱਲ ਜਿਹੜਾ ਨਹੀਂ ਹੋ ਸਕਦਾ। ਕਿਤੇ ਕਿਤੇ ਮਸ਼ੀਨਾਂ ਆਈਆਂ ਨੇ, ਉਹ ਵੱਡੇ ਕਿਸਾਨ ਨੇ ਜਿਹੜੇ ਉਹਨਾਂ ਦੇ ਕਬਜ਼ੇ ਵਿੱਚ ਨੇ, ਛੋਟੇ ਕਿਸਾਨ ਨੂੰ ਕੋਈ ਪੁੱਛ ਹੀ ਨਹੀਂ ਰਿਹਾ। ਛੋਟਾ ਕਿਸਾਨ ਜਿਹੜਾ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਕੰਪੈਨ ਦਾ ਰਾਲੀਆ ਹੈ ਵੀ ਚਲੋ ਤੁਸੀਂ ਸਾਨੂੰ ਰਾਲੀਆ ਹੀ ਸਾੜਨ ਦਿਓ, ਤੇ ਉਸ ਤੋਂ ਬਾਅਦ ਤਵੀਆਂ ਨਾਲ ਪਹਿਲੀ ਵਗ ਜਾਂਦੀ ਹੈ। ਇਹ ਨਾ ਸਾਨੂੰ ਰਾਲੀਆਂ ਵੀ ਨਹੀਂ ਸਾੜਨ ਦਿੰਦੇ। ਸਰਕਾਰ ਨੇ ਕੋਈ ਪੱਕਾ ਹੱਲ ਅਜੇ ਤੱਕ ਪਰਾਲੀ ਦਾ ਨਹੀਂ ਲੱਭਿਆ, ਸਿਰਫ ਇੱਕ ਧੱਕੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਰਿਹਾ। ਜਿਹੜੀ ਗੱਲ ਇਕੱਠਾ ਬਣਾਉਣ ਵਾਲੀ ਆ, ਇਕੱਠਾ ਬਣਾਉਣ ਵਾਸਤੇ ਵੀ ਕਿਸਾਨਾਂ ਨੇ ਜਿੰਨਾ ਕੁ ਪ੍ਰਬੰਧ ਕਰਿਆ ਆਪ ਕਰਿਆ ਏ। ਉਹ ਕਿਸਾਨਾਂ ਨੇ ਮਸ਼ੀਨਾਂ ਲਿਆਂਦੀਆਂ ਨੇ, ਇਹਨਾਂ ਦਾ ਕੋਈ ਆਪਣਾ ਪ੍ਰਬੰਧ ਨਹੀਂ ਹੈਗਾ। ਉਹ ਵੀ ਇਕੱਠਾਂ ਵਾਲੇ ਕਹਿੰਦੇ ਨੇ ਵੀ 15 ਦਿਨ ਰੁਕ ਜਾਓ, ਕੋਈ ਕਹਿੰਦਾ 10 ਦਿਨ ਰੁਕ ਜਾਓ। ਪਰ ਕਿਸਾਨ ਦੀ ਜਿਹੜੀ ਕਣਕ ਬੀਜਣ ਵਾਲੀ ਗਿੱਲ ਆ ਉਹ ਗਿੱਲ ਜਾ ਰਹੀ ਆ। ਕਿਸਾਨ ਨੇ ਕਣਕ ਬੀਜਣੀ ਆ, ਇਸ ਕਰਕੇ ਕਿਸਾਨ ਨੂੰ ਇੱਕ ਮਜਬੂਰੀ ਪੱਖੋਂ ਅੱਗ ਲਾਉਣੀ ਪੈ ਰਹੀ। ਅੱਗ ਲਾਉਣੀ ਕਿਸਾਨ ਦੀ ਮਜਬੂਰੀ ਹੈ। ਸਰਕਾਰ ਨਾਲ ਕਈ ਵਾਰੀ ਬੈਠਕਾਂ ਹੋ ਰਹੀਆਂ, ਕਈ ਵਾਰੀ ਮੀਟਿੰਗਾਂ ਹੋ ਰਹੀਆਂ। ਡੀ ਸਾਹਿਬ ਨੂੰ ਅਸੀਂ ਕਦੀ ਲਿਖ ਕੇ ਦੇ ਕੇ ਆਏ ਹਾਂ ਵੀ ਸਾਡੀ ਇਹ ਮਜਬੂਰੀ ਹੈ। ਇੱਕ ਹਫ਼ਤਾ ਦਿੰਦੇ, ਇੱਕ ਹਫ਼ਤੇ ਵਿੱਚ ਸਾਡਾ ਕੋਈ ਹੱਲ ਕਰ ਦਿਓ, ਇਕੱਠਾ ਬਣ ਕੇ ਲੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਕੋਈ ਜਾਣਬੁੱਝ ਕੇ ਅੱਗ ਨਾਲ ਸਾਡੀ ਮਜਬੂਰੀ ਨਹੀਂ ਲਾ ਰਹੇ ਹਾਂ, ਇਹ ਸਾਡੀ ਮਜਬੂਰੀ ਹੈ। ਸਰਕਾਰ ਵਾਅਦਾ ਕਰਦੇ ਆ ਮੁੱਕਰ ਜਾਂਦੇ, ਵਾਅਦਾ ਕਰਦੇ ਆ ਮੁੱਕਰ ਜਾਂਦੇ। ਜ਼ਿਮੀਂਦਾਰਾਂ ਨੂੰ ਬਹੁਤ ਮਜਬੂਰੀਆਂ ਆ। ਜ਼ਿਮੀਂਦਾਰਾਂ ਦਾ ਪਰਾਲੀ ਦਾ ਕੋਈ ਚੱਕਰ ਹੈ ਨਹੀਂਗਾ। ਪਰਾਲੀ ਜ਼ਿਮੀਂਦਾਰ ਕਿੱਦਾਂ ਮਜਬੂਰੀ ਨੂੰ ਸਾੜਨ ਡਏ ਆ। ਸਾਡੀਆਂ ਸਰਕਾਰਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਵਾਅਦੇ ਬੜੇ ਕਰਦੀਆਂ ਜੀ, ਤੇ ਵਾਅਦਿਆਂ ਤੇ ਪੂਰੀਆਂ ਨਹੀਂ ਉਤਰਦੀਆਂ। ਅੱਜ ਕੱਲ੍ਹ ਦੀ ਕੋਈ ਸਰਕਾਰ ਆਉਂਦੀ ਆ ਉਹ ਵਾਅਦੇ ਕਰ ਜਾਂਦੀ ਆ ਤੇ ਵਾਅਦਿਆਂ ਦੇ ਪੂਰੇ ਨਹੀਂ ਉਤਰਦੇ। ਜਿਹੜੇ 1-2 ਕਿੱਲੇ ਵਾਲੇ ਉਹਨਾਂ ਨੂੰ ਸੰਦ ਕੋਈ ਨਹੀਂ ਮਿਲਦਾ। ਸੰਦ ਲੈਣ ਦੀਆਂ ਵੱਡੀਆਂ ਸਾਮੀਆਂ ਜਿਹੜੇ ਅਮੀਰ ਲੋਕ ਆ, ਜਿਹੜੇ ਅਫਸਰਾਂ ਦੇ ਰੋਜ਼ ਕੰਮ ਕਰਦੇ ਉਹ ਸੰਦ ਲੈ ਜਾਂਦੇ ਆ। ਗਰੀਬ ਨੂੰ ਸੰਦ ਨਹੀਂ ਮਿਲਦਾ। ਥੋੜ੍ਹੀਆਂ ਜ਼ਮੀਨਾਂ ਤੇ ਸੰਦ ਲੈ ਨਹੀਂ ਜਾਂਦੇ ਤੇ ਉਹ ਮਜਬੂਰੀ ਹੁੰਦੀ ਆ ਕਿ ਇੰਨੀ ਵਾਈ ਦੇਣੀ ਵੀ ਔਖੀ ਹੋ ਜਾਂਦੀ ਆ, ਤੇ ਉਹ ਵਿੱਚ ਛੇਤੀ ਦਾ ਕੰਮ ਇਹੋ ਆ ਤੇ ਵੀ ਸਾੜ ਕੇ ਪਾਸੇ ਹੋ ਜੇ। ਸਰਕਾਰ ਨੂੰ ਇਹੋ ਹੀ ਆ ਵੀ ਚਾਹੇ ਕੋਈ ਸੰਦ ਵੱਡੇ ਭੇਜਣ ਜਿਹਦੇ ਨਾਲ ਮਜਬੂਰੀ ਨਾ ਆ ਮੁਸ਼ਕਲ ਆਵੇ ਤੇ ਇਹ ਸਾਂਭਿਆ ਜਾਵੇ। ਤੇ ਮਜਬੂਰੀ ਕਾਰਨ ਫਿਰ ਸਾੜਨੀ ਪੈਂਦੀ ਆ ਤੇ ਪੈੜੀਆਂ ਨਹੀਂ ਬਣਦੀਆਂ। ਸਟੂਡੀਓ 'ਚ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਰੰਧਾਵਾ ਸਾਹਿਬ ਤੇ ਅਸ਼ਵਨੀ ਖੁਰਾਣਾ ਜੀ ਮੇਰੇ ਨਾਲ ਲਗਾਤਾਰ ਲਾਈਵ ਜੁੜੇ ਹੋਏ ਨੇ ਜੀ। ਪਰਾਲੀ ਪ੍ਰਬੰਧਾਂ ਨੂੰ ਲੈ ਕੇ ਚਰਚਾ ਜਿਹੜੀ ਛਿੜੀ ਹੋਈ ਹੈ। ਰੰਧਾਵਾ ਸਾਹਿਬ, ਇਸ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕੁਝ ਖੇਤੀਬਾੜੀ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਵੀ ਇਸ ਸੰਬੰਧ ਦੇ ਵਿੱਚ ਮੁਅੱਤਲ ਕੀਤਾ ਗਿਆ, ਪਰ ਕੀ ਆਪਾਂ ਨੂੰ ਲੱਗਦਾ ਕਿ ਇਹ ਉਸ ਮਸਲੇ ਦਾ ਹੱਲ ਹੋ ਸਕਦਾ ਸੀ? ਇਸ ਤਰ੍ਹਾਂ ਜੀ ਕਈ ਵਾਰੀ ਡਿਊਟੀ ਕਰਦਿਆਂ ਅਫੀਸਰ ਸਾਹਿਬਾਨ ਜਿਹੜੇ ਆ ਆਪਣੇ ਐਗਰੀਕਲਚਰ, ਹੁਣ ਇਸ ਵਾਰੀ ਹੋਇਆ ਜੀ
ਕਿ ਬਹੁਤ ਮਿਹਨਤ ਕਰਦੇ ਆ, ਕੋਈ ਸ਼ੱਕ ਨਹੀਂ, ਕਿਉਂਕਿ ਮੈਂ ਵੀ ਡਿਪਾਰਟਮੈਂਟ ਆਫ ਐਗਰੀਕਲਚਰ 'ਚ ਕੰਮ ਕੀਤਾ, ਮਿਹਨਤ ਕਰਦੇ ਆ। ਕਈ ਜਗ੍ਹਾ ਤੇ ਕਈ ਵਾਰੀ ਇਹੋ ਜਿਹੇ ਕੰਡੀਸ਼ਨਸ ਬਣ ਜਾਂਦੀਆਂ ਨੇ ਕਿ ਕੋਈ ਰਿਪੋਰਟਿੰਗ ਜਿਹੜੀ ਇਸ ਤਰ੍ਹਾਂ ਹੀ ਚਲੇ ਜਾਂਦੀ ਆ, ਜਾਂ ਐਡਮਿਨਿਸਟ੍ਰੇਸ਼ਨ ਰਿਪੋਰਟ ਜਿਹੜੀ ਆ ਉਹ ਚਲੀ ਜਾਂਦੀ ਆ, ਜਿਹਦੇ ਕਰਕੇ ਉਹ ਜਿਹੜਾ ਖਮਿਆਜਾ ਜਿਹੜਾ ਵਾ ਆਫੀਸਰਸ ਨੂੰ ਭੁਗਤਣਾ ਪੈਂਦਾ ਵਾ। ਐਕਚੁਅਲੀ ਜੇ ਮੈਂ ਗੱਲ ਕਰ ਰਹਾ ਜੇ ਮੈਂ ਤਰਨਤਾਰਨ ਜ਼ਿਲ੍ਹੇ ਤੋਂ ਜਿਹੜੇ ਸਾਡੇ ਭੁਪਿੰਦਰ ਸਿੰਘ ਨੇ ਇੱਕ ਏਡੀਓ ਨੇ, ਉਹਨਾਂ ਦੀ ਜਿਹੜੀ ਇਹਦੇ ਵਿੱਚ ਉਹਨਾਂ ਨੂੰ ਵੀ ਪਨਿਸ਼ਮੈਂਟ ਜੀ ਹੋਈ ਆ। ਸੋ ਉਹਨਾਂ ਦਾ ਜੋ ਕੰਮ ਮੇਰੇ ਨਾਲ ਉਹਨਾਂ ਨੇ ਕੀਤਾ ਵਾ, ਮੈਂ ਕਹਿ ਲਵਾਂ ਕਿ ਉਹ 2008 ਤੋਂ ਲੈ ਕੇ ਸਟਰਾ ਮੈਨੇਜਮੈਂਟ ਲਈ ਜੇ ਤਰਨਤਾਰਨ ਦੇ ਵਿੱਚ ਕੰਮ ਕਰ ਰਹੇ ਤਾਂ ਬਹੁਤ ਵਧੀਆ ਕੰਮ ਕਰ ਰਹੇ ਸੀ ਜੀ। ਪਰਟੀਕੂਲਰ ਹੁਣ ਪਤਾ ਨਹੀਂ ਕਿਵੇਂ ਗੱਲ ਹੋਈ ਹੈ, ਇਹਦੇ ਬਾਰੇ ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ, ਫਿਰ ਵੀ ਚਲੋ ਜੇ ਉਹਨਾਂ ਕੋਲ ਗਈ ਆ। ਔਰ ਇਹ ਕਈ ਵਾਰੀ ਕੁਛ ਰਿਪੋਰਟਸ ਇੱਦਾਂ ਦੀਆਂ ਹੋ ਜਾਂਦੀਆਂ ਨੇ, ਜਾਂ ਕੋਈ ਅਨਫੋਰਚੂਨੇਟਲੀ ਕੋਈ ਇੱਦਾਂ ਦਾ ਇਨਸੀਡੈਂਟ ਹੋ ਜਾਂਦਾ ਵਾ ਜਿਹਦੇ ਵਿੱਚ ਉਹ ਖਮਿਆਜਾ ਜਿਹੜਾ ਵਾ ਅਫਸਰ ਨੂੰ ਭੁਗਤਣਾ ਪੈਂਦਾ ਵਾ। ਔਰ ਬੜਾ ਸਿੰਸੀਅਰਲੀ ਕੰਮ ਕਰ ਰਹੇ ਨੇ ਸਾਰੇ, ਕਿਉਂਕਿ ਸਰਕਾਰ ਦਾ ਵੀ ਬੜਾ ਦਬਾਅ ਆ। ਔਰ ਮੈਂ ਜਿਵੇਂ ਕਹਿ ਰਿਹਾ ਕਿ ਇਹਦੇ ਲਈ ਕੰਮ ਕਰਨ ਲਈ ਸਾਨੂੰ ਬਹੁਤ ਪਹਿਲੂਆਂ ਤੋਂ ਕੰਮ ਕਰਨ ਦੀ ਲੋੜ ਆ। ਸਿਰਫ ਇੱਕ ਹੀ ਗੱਲ ਦੇ ਨਾਲ ਅਸੀਂ ਪਰਾਲੀ ਦਾ ਪ੍ਰਬੰਧ ਨਹੀਂ ਕਰ ਸਕਦੇ। ਪਰਾਲੀ ਦੇ ਪ੍ਰਬੰਧਨ ਕਰੀ ਹਰ ਪੱਖ ਤੋਂ ਦੇਖਣ ਲਈ, ਔਰ ਇਹਦੇ ਲਈ ਜਿਹੜੀ ਆ ਸਭ ਤੋਂ ਸ਼ੁਰੂਆਤ ਕਿਵੇਂ ਕਰਨੀ ਆ, ਜਿਹਦੇ ਵਿੱਚ ਮੈਂ ਸੁਪਰ SMS ਕੰਬਾਈਨਸ ਦੀਆਂ ਗੱਲ ਕਰ ਰਿਹਾ ਸੀਗਾ, ਜਿਹਦੀ ਅਟੈਚਡ ਉਹਦੇ ਨਾਲ ਜੀ ਅਸੀਂ ਕਟਾਈ ਕਰਾਂਗੇ, ਉਹ ਸਪਰੈਡ ਕਰਨਗੇ ਬਰਾਬਰੀ ਇਕੁਅਲ। ਜੀ ਰੰਧਾਵਾ ਸਾਹਿਬ, ਬਹੁਤ ਅਹਿਮ ਜਾਣਕਾਰੀ ਹੈ, ਥੋੜਾ ਜਿਹਾ ਬਟ ਅਸੀਂ ਰੋਕਣਾ ਚਾਹੁੰਦੇ, ਦੁਬਾਰਾ ਤੁਹਾਡੇ ਨਾਲ ਮੈਂ ਕਨੈਕਟ ਹੁੰਨੀ ਆ। ਇੱਕ ਹੋਰ ਜਿਹੜੀ ਵੀਡੀਓ ਕਲਿੱਪ ਹੈ ਉਹ ਦਰਸ਼ਕਾਂ ਲਈ ਹਾਜ਼ਰ ਹੈ, ਉਸ ਤੋਂ ਬਾਅਦ ਅਸੀਂ ਦੁਬਾਰਾ ਵਾਪਸ ਆਉਂਦੇ ਹਾਂ। ਪਰਾਲੀ ਨਾ ਸਾੜੋ, ਪਰਾਲੀ ਨਾ ਸਾੜੋ। ਜਿਹੜੇ ਕਿਸਾਨ ਪਰਾਲੀ ਸਾੜਦੇ ਨੇ ਉਹਨਾਂ ਨੂੰ ਨਹੀਂ ਸਾੜਨਾ ਚਾਹੀਦਾ, ਕਿਉਂਕਿ ਇਹਦੇ ਨਾਲ ਵਾਤਾਵਰਨ ਤਾਂ ਦੂਸ਼ਿਤ ਹੋ ਹੀ ਰਿਹਾ ਹੈ। ਨਾਲੇ ਜਿਹੜੇ ਲੋਕਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ, ਸਾਹ ਦੀ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ ਉਹਨਾਂ ਨੂੰ ਹੋ ਰਹੀਆਂ ਨੇ। ਤਾਂ ਕਈ ਕਿਸਾਨ ਤਾਂ ਜੇ ਹੈਗੇ ਆ ਜੋ ਪਰਾਲੀ ਨੂੰ ਨਹੀਂ ਸਾੜਦੇ, ਪਰ ਹਲੇ ਵੀ ਕਾਫੀ ਕਿਸਾਨ ਹੈ ਜੋ ਕਿ ਪਰਾਲੀ ਨੂੰ ਸਾੜਦੇ ਨੇ, ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ, ਆਪਣੇ ਭਾਰਤ ਨੂੰ ਦੂਸ਼ਿਤ ਕਰ ਰਹੇ ਹਾਂ। ਤਾਂ ਸਾਡੇ ਬੱਚਿਆਂ ਦੀ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਸੀਂ ਪਰਾਲੀ ਨਾ ਸਾੜੋ। ਸਟੂਡੀਓ 'ਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਰੰਧਾਵਾ ਸਾਹਿਬ, ਗੱਲ ਕਰ ਰਹੇ ਸੀ ਆਪਾਂ ਕੰਬਾਈਨ ਦੀ, ਕਿਸ ਤਰੀਕੇ ਦੇ ਨਾਲ ਉਹਦੇ ਨਾਲ ਪ੍ਰਬੰਧ ਜਿਹੜੇ ਨੇ ਸੁਚੱਜੇ ਤਰੀਕੇ ਨਾਲ ਕੀਤੇ ਜਾ ਸਕਦੇ। ਹਾਂ ਨਵਜੋਤ ਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਬੜੇ ਪਹਿਲੂਆਂ ਤੋਂ ਕੰਮ ਕਰਨ ਦੀ ਲੋੜ ਆ। ਸਭ ਤੋਂ ਪਹਿਲਾਂ ਜਦੋਂ ਅਸੀਂ ਝੋਨੇ ਦੀ ਕਟਾਈ ਕਰਦੇ ਹਾਂ, ਸੋ ਉਹਦੇ ਲਈ ਸਾਨੂੰ ਜਿਹੜੀਆਂ ਕੰਬਾਈਨਸ ਜਿਹੜੀਆਂ ਨੇ ਉਹ ਸੁਪਰ SMS ਅਟੈਚ ਦੇ ਇੱਕ ਕੰਪੋਨੈਂਟ ਆ ਜਿਹੜਾ ਕੰਬਾਈਨ ਦੀ ਟੇਲ ਤੇ ਲੱਗਾ ਹੁੰਦਾ ਜੀ, ਤੇ ਉਹਨੂੰ ਅਸੀਂ ਜਦੋਂ ਲਗਾ ਕੇ ਸੁਪਰ SMS ਅਟੈਚ ਕੰਬਾਈਨ ਨਾਲ ਜਿਹੜੀ ਕਟਾਈ ਕਰਦੇ ਆ, ਤੇ ਜਿੰਨੀ ਉਹ 14 ਫੁੱਟ ਬਲੇਡ 'ਚ ਉਹ ਝੋਨੇ ਦੀ ਕਟਾਈ ਕਰਦੀ ਆ, ਔਰ 14 ਫੁੱਟ ਦੇ ਵਿੱਚ ਹੀ ਸਪਰੈਡ ਕਰਦੀ ਆ। ਉਸ ਤੋਂ ਬਾਅਦ ਜਿਹੜੀ ਐਗਰੀਕਲਚਰ ਮਸ਼ੀਨਰੀ ਆ, ਜਿਹਦੇ ਵਿੱਚ ਹੈਪੀ ਸੀਡਰ ਆ ਜੀ, ਉਹਦੇ ਵਿੱਚ ਸੁਪਰ ਸੀਡਰ ਆ। ਸੋ ਲੇਟੈਸਟ ਵਰਸ਼ਨ ਜਿਹੜਾ ਵਾ ਸਮਾਰਟ ਸੀਡਰ ਆ। ਸੋ ਬਹੁਤ ਵਧੀਆ ਮਸ਼ੀਨ ਉਹ ਵੀ ਹੁਣ ਇਸ ਵੇਲੇ ਆ ਗਈ ਆ। ਸੋ ਆਪਾਂ ਕੋਲ ਮਸ਼ੀਨਾਂ ਉਪਲਬਧ ਨੇ। ਇਸੇ ਤਰ੍ਹਾਂ ਉਹਦੇ ਲਈ ਅਸੀਂ ਉਹਦੀ ਵਰਤੋਂ ਤਾਂ ਹੀ ਵਧੀਆ ਕਰ ਸਕਦੇ ਹਾਂ ਜੇ ਸਾਡੇ ਕੋਲ ਉਹ ਕੰਬਾਈਨ ਦੀ ਜਿਹੜੀ ਆ ਵਰਤੋਂ ਪਹਿਲਾਂ ਕੀਤੀ ਹੋਵੇ। ਖੁਰਾਣਾ ਸਾਹਿਬ, ਇਸ ਗੱਲ 'ਚ ਬਹੁਤ ਇੱਕ ਜ਼ਰੂਰੀ ਅਹਿਮ ਹੁਣ ਰੋਲ ਅਦਾ ਕਰ ਸਕਦਾ ਮੀਡੀਆ। ਜੋ ਵੀ ਰੰਧਾਵਾ ਸਾਹਿਬ ਨੇ ਲੇਟੈਸਟ ਦੱਸਿਆ ਪਰਾਲੀ ਪ੍ਰਬੰਧਾਂ ਨੂੰ ਲੈ ਕੇ, ਜੇ ਉਹਦੇ ਵਿੱਚ ਇਹੀ ਜਾਣਕਾਰੀ ਖੇਤੀਬਾੜੀ ਵਿਭਾਗ ਤੇ ਮੀਡੀਆ ਦਾ ਤਾਲਮੇਲ ਹੋ ਜਾਏ ਲੋਕਾਂ ਤੱਕ ਪਹੁੰਚਣ ਦੇ ਲਈ, ਤੇ ਨਹੀਂ ਆਪਾਂ ਨੂੰ ਲੱਗਦਾ ਕਿ ਇੱਕ ਕਿਸਾਨੀ ਤੱਕ ਆਰਾਮ ਦੇ ਨਾਲ ਇੱਕ ਵਧੀਆ ਮੈਸੇਜ ਆ ਸਕਦਾ। ਨਵਜੋਤ ਜੀ, ਇੱਕ ਗੱਲ ਮੈਂ ਇਹਦੇ 'ਚ ਇਹ ਜੋੜਨਾ ਚਾਹਾਂਗਾ ਕਿ ਤੁਸੀਂ ਗੱਲ ਕੀਤੀ ਕਿ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਨੂੰ ਪਨਿਸ਼ਮੈਂਟ ਜਾਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾ ਰਹੀ ਹੈ। ਇਹਦੇ ਸਾਰੇ ਪ੍ਰਕਰਨ ਦੇ ਵਿੱਚ ਜਿਹੜਾ ਸਹਿਕਾਰੀ ਸਭਾਵਾਂ ਹੈ, ਜਿਹੜੀਆਂ ਕੋਆਪਰੇਟਿਵ ਮੂਵਮੈਂਟ ਹੈ, ਉਹਦਾ ਵੀ ਬੜਾ ਯੋਗਦਾਨ ਹੈ, ਕਿਉਂਕਿ ਮਸ਼ੀਨਾਂ, ਸਬਸਿਡੀ, ਇਹ ਸਾਰੀ ਜਿਹੜੀ ਹੈ ਕਿਸਾਨਾਂ ਤੱਕ ਇਹਦੀ ਰੀਚ ਹੈ, ਉਹ ਕੋਆਪਰੇਟਿਵ ਮਹਿਕਮੇ ਤੱਕ ਜਾਂਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਸਾਲਾਂ ਦੌਰਾਨ ਵੀ ਤੇ ਹੁਣ ਵੀ ਜਿਹੜਾ ਕੋਆਪਰੇਟਿਵ ਮਹਿਕਮਾ ਪੰਜਾਬ ਦਾ ਆ, ਉਹ ਇੱਕ ਮਤਲਬ ਭ੍ਰਸ਼ਟ ਮਹਿਕਮਾ ਗਿਣਿਆ ਜਾ ਰਿਹਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਉਹ ਮਹਿਕਮਾ ਕੰਮ ਵੀ ਕਰਦਾ ਹੈ ਤਾਂ ਚਲੋ ਠੀਕ ਕਰਦਾ ਹੋਏਗਾ, ਪਰ ਉਹਦੇ 'ਚ ਭ੍ਰਸ਼ਟਾਚਾਰ ਵੀ ਬਹੁਤ ਹੈ। ਇਹ ਜਿਹੜੀ ਮੈਂ ਤੁਹਾਨੂੰ ਹੁਣੇ ਸਬਸਿਡੀ ਦੀਆਂ ਮਸ਼ੀਨਾਂ ਦੇ ਗਾਇਬ ਹੋਣ ਦੀ ਗੱਲ ਕੀਤੀ ਹੈ, ਇਹਦੇ 'ਚ ਜੇ ਖੇਤੀਬਾੜੀ ਮਹਿਕਮੇ ਦੇ ਅਫਸਰ ਜਾਂ ਕੁਝ ਜ਼ਿੰਮੇਦਾਰ ਨੇ, ਉਹਦੇ 'ਚ ਕੋਆਪਰੇਟਿਵ ਮਹਿਕਮਾ ਵੀ ਬਰਾਬਰ ਦਾ ਜ਼ਿੰਮੇਦਾਰ ਹੈ। ਬਿਲਕੁਲ ਇਹ ਗੱਲ ਮੈਂ ਐਡ ਕਰਨੀ ਚਾਹਾਂਗਾ। ਬਿਲਕੁਲ ਸਹੀ ਗੱਲ ਕਹਿ ਰਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕੋਈ ਸਿਸਟਮ ਬਹੁਤ ਵਧੀਆ ਨਹੀਂ ਹੈਗਾ ਜੀ। ਕੋਈ ਬਿਲਕੁਲ ਸਹੀ ਇਹਨਾਂ ਨੇ ਗੱਲ ਕੀਤੀ ਆ, ਤੇ ਉਹਨਾਂ ਨੂੰ ਵੀ ਸਹੀ ਸਿਸਟਮ ਚਲਾ ਕੇ ਔਰ ਵਧੀਆ ਇਕਵਿਪਮੈਂਟ ਦੇ, ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਸਬਸਿਡੀ ਡਿਪਾਰਟਮੈਂਟ ਨੇ ਦਿੱਤੀ ਹੋਈ ਹੈ। ਸੋ ਇਕਵਿਪਮੈਂਟ ਜਿਹੜੇ ਆ ਸਾਰੇ ਹੀ ਫੀਲਡ 'ਚ ਲੈ ਕੇ ਕਿਸਾਨਾਂ ਨੂੰ ਨੋਮੀਨਲ ਜਿਹੜੇ ਆ ਉਹਨਾਂ ਚਾਰਜਸ ਤੇ ਦੇਣੇ ਚਾਹੀਦੇ ਆ। ਸੈਕੰਡ ਇਹ ਆ ਕਿ ਜੇ ਕੋਈ ਮਸ਼ੀਨਾਂ ਦੀ ਗੈਪ ਦੀ ਗੱਲ ਕਰ ਰਿਹਾ, ਤੇ ਮੇ ਬੀ
ਕਿਤੇ ਨਾ ਕਿਤੇ ਮੈਂ ਕਹਿ ਰਿਹਾ ਕਿ ਮੈਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ, ਕਿਉਂਕਿ ਇਨਕੁਆਇਰੀ ਤੇ ਚੱਲ ਰਹੀ ਹੈ, ਜਿਵੇਂ ਵੀ ਸਰਕਾਰ ਨੇ ਜਾਂ ਡਿਪਾਰਟਮੈਂਟ ਨੇ ਵੇਖਣਾ, ਵਿਜੀਲੈਂਸ ਡਿਪਾਰਟਮੈਂਟ ਨੇ ਦੇਖ ਰਿਹਾ ਜੀ। ਸੋ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਰਹੀ ਹੈ, ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਇੱਕ ਮਜ਼ਬੂਤ ਕੜੀ ਹੈ ਜਦੋਂ ਖੇਤੀਬਾੜੀ ਆਪਾਂ ਡਿਪਾਰਟਮੈਂਟ ਦੀ ਗੱਲ ਕਰਦੇ, ਮਹਿਕਮੇ ਦੀ ਗੱਲ ਕਰਦੇ ਤੇ ਕਿਸਾਨੀ ਦੇ ਵਿੱਚ। ਇੱਕ ਆਪਾਂ ਹੋਰ ਮੈਂ ਕਰੋਨਾ ਚ ਗੱਲ ਕਰਨਾ ਚਾਹੁੰਦੀ ਹਾਂ, ਦੂਸਰੀ ਗੱਲ ਕੀਤੀ ਮੀਡੀਆ ਦੇ ਰੋਲ ਦੀ। ਉਹਦੇ ਚ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਨਾ ਪਰਾਲੀ ਦੇ ਮਾਮਲੇ ਦੇ ਵਿੱਚ ਸਿਰਫ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਹਰਿਆਣਾ ਕਿਉਂ ਬਾਜੀ ਮਾਰ ਕੇ ਲੈ ਗਿਆ, ਵੀ ਗੱਲ ਪੰਜਾਬ ਦੀ ਪਰਾਲੀ ਦੀ ਹੋਈ ਸੀਗੀ ਪਰ ਫਾਇਦਾ ਸਾਰਾ ਹਰਿਆਣਾ ਲੈ ਗਿਆ। ਹਰਿਆਣਾ ਨੇ ਫਾਇਦਾ ਲਿਆ ਨਹੀਂ ਲਿਆ, ਉਹਦੀ ਆਪਾਂ ਜ਼ਮੀਨੀ ਹਕੀਕਤ 'ਚ ਜੇ ਨਾ ਵੀ ਜਾਈਏ ਨਾ ਤੇ ਉਹਦੇ 'ਚ ਇਹ ਹੈ ਕਿ ਹਰਿਆਣਾ ਨੂੰ ਉਹਦਾ ਕ੍ਰੈਡਿਟ ਜ਼ਿਆਦਾ ਦਿੱਤਾ ਜਾ ਰਿਹਾ ਹੈ। ਪੰਜਾਬ 'ਚ ਜਿਹੜੀ ਵੀ ਸਰਕਾਰ ਰਹੀ ਹੈ ਉਹ ਹਮੇਸ਼ਾ ਕੇਂਦਰ ਤੋਂ ਉਲਟ ਰਹੀ ਹੈ, ਚਾਹੇ ਹੁਣ ਵੀ ਹੈ ਚਾਹੇ ਪਿਛਲੀਆਂ ਸਰਕਾਰਾਂ ਵੀ ਰਹੀਆਂ ਆ, ਤੇ ਇਸ ਕਰਕੇ ਕਿਤੇ ਨਾ ਕਿਤੇ ਇਹ ਕ੍ਰੈਡਿਟ ਵਾਰ ਦਾ ਖੇਡ ਵੀ ਹੈਗਾ ਆ। ਦੂਸਰੀ ਗੱਲ ਮੀਡੀਆ ਦੇ ਰੋਲ ਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਜੇ ਤੱਕ ਮੀਡੀਆ ਨੇ ਪਰਾਲੀ ਦੇ ਨੈਗੇਟਿਵ ਰੋਲ ਨੂੰ ਹੀ, ਨੈਗੇਟਿਵਿਟੀ ਨੂੰ ਹੀ ਉਭਾਰਿਆ ਹੈ। ਮੈਂ ਆਪਣੇ ਮੀਡੀਆ ਦੇ ਬਾਕੀ ਸਾਥੀਆਂ ਨੂੰ ਵੀ ਅਪੀਲ ਕਰਾਂਗਾ, ਮੀਡੀਆ ਹਾਊਸਿਸ ਨੂੰ ਵੀ ਅਪੀਲ ਹੈ ਕਿ ਆਪਾਂ ਪ੍ਰਦੂਸ਼ਣ ਦੇ ਪੋਲਿਊਸ਼ਨ ਦੇ ਮਾਮਲੇ ਦੇ ਵਿੱਚ ਜੇ ਆਪਾਂ ਸੰਜੀਦਗੀ ਦਿਖਾਈਏ ਤੇ ਜਿਹੜੇ ਕਿਸਾਨ ਇਸ ਮਾਮਲੇ 'ਚ ਅੱਛਾ ਕੰਮ ਕਰਦੇ ਨੇ ਜਾਂ ਉਹ ਪ੍ਰਬੰਧਨ ਦੇ ਵਿੱਚ ਮੋਹਰੀ ਰਹਿੰਦੇ ਨੇ, ਉਹਨਾਂ ਦੀਆਂ ਸਟੋਰੀਜ਼ ਨੂੰ ਵੀ ਦਿਖਾਇਆ ਜਾਵੇ ਤਾਂ ਕਿ ਬਾਕੀ ਵੀ ਉਹਦੇ ਤੋਂ ਪ੍ਰੇਰਣਾ ਲੈ ਸਕਣ। ਜੀ ਰੰਧਾਵਾ ਸਾਹਿਬ, ਹੁਣ ਆਪਾਂ ਇੱਕ ਗੱਲ ਤੇ ਆਉਂਦੇ ਕਿ ਕਿਸਾਨ ਮੁੱਖ ਧਿਰਾ ਜਿਹੜਾ ਹੁਣ ਕਿਸਾਨ ਹੈ, ਗੱਲ ਉੱਥੋਂ ਤੱਕ ਪਹੁੰਚਣੀ ਚਾਹੀਦੀ ਹੈ, ਖੇਤੀਬਾੜੀ ਦੇ ਨਾਲ ਜੁੜੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਕਿਹੜੇ ਹੋਰ ਤਰੀਕੇ ਆ, ਕਿਵੇਂ ਉਹਨਾਂ ਨੂੰ ਹੋਰ ਆਪਾਂ ਜਾਗਰੂਕ ਕਰ ਸਕਦੇ ਹਾਂ ਕਿਸਾਨੀ ਨੂੰ ਇਹਨਾਂ ਪ੍ਰਬੰਧਾਂ ਨੂੰ ਲੈ ਕੇ? ਜਿਵੇਂ ਇਹਨਾਂ ਆਪਣਾ ਸੀਨੀਅਰ ਪੱਤਰਕਾਰ ਨੇ, ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਜੀ ਕਿ ਕਿਸਾਨਾਂ ਨੂੰ ਵੀ, ਬਹੁਤ ਸਾਰੇ ਕਿਸਾਨ ਨੇ ਜਿਹੜੇ ਕਿ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਆ। ਬਹੁਤ ਸਾਰੇ ਕਿਸਾਨ ਨੇ, ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਦੇ ਵਿੱਚ ਮੈਂ ਕੰਮ ਕੀਤਾ ਹੈ ਤੇ ਦੇਖਿਆ, ਪੰਜਾਬ ਦੇ ਵਿੱਚ ਹੋਰ ਸਾਰੇ ਥਾਵਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਉਹਨਾਂ ਨੇ ਐਗਜ਼ੈਂਪਲਰੀ ਮਤਲਬ ਕੰਮ ਕੀਤੇ ਔਰ ਸੈੱਟ ਕੀਤੇ ਨੇ। ਸੋ ਇਹਦੇ ਵਿੱਚ ਇਹੀ ਆ ਕਿ ਜੇ ਆਪਾਂ ਸਾਰੇ ਹੀ ਸਰਕਾਰ, ਮੀਡੀਆ ਔਰ ਕਿਸਾਨਾਂ ਨੂੰ ਵੀ ਸੁਹਿਰਦਤਾ ਵਿਖਾਉਣੀ ਚਾਹੀਦੀ ਹੈ, ਕਿਉਂਕਿ ਕਿਸਾਨਾਂ ਦਾ ਅਕਸਰ ਇਹ ਹੁੰਦਾ ਕਿ ਸਾਨੂੰ ਉਹਦੇ ਲਈ ਕੁਛ ਨਾ ਕੁਛ ਸਾਨੂੰ ਮੁਆਵਜ਼ਾ ਮਿਲ ਜੇ। ਜਿਵੇਂ ਸਰਕਾਰ ਵੱਲੋਂ ਇਹ ਮਸ਼ੀਨਰੀ ਦਿੱਤੀ ਗਈ ਆ, ਸੋ ਮੈਂ ਇੱਥੇ ਇਹ ਵੀ ਕਹਾਂਗਾ ਕਿ ਜੇ ਮਸ਼ੀਨਰੀ ਦੇ ਨਾਲ 4-5 ਸਾਲ ਤੋਂ ਇਹ ਮਸ਼ੀਨਰੀ ਸਬਸਿਡੀ ਦਿੱਤੀ ਜਾ ਰਹੀ ਹੈ, ਜੇ ਕਿਸਾਨਾਂ ਨੂੰ ਥੋੜਾ ਖਰਚੇ ਦੇ ਲਈ ਵੀ 100 ਰੁਪਈਆ ਬੋਨਸ ਜੇ ਕਿਸਾਨ ਮੰਗਦੇ ਆ, ਬਾਰ-ਬਾਰ ਮੰਗ ਕਰ ਰਹੇ ਆ ਔਰ ਸਰਕਾਰ ਵੀ ਇਸ ਗੱਲ ਨੂੰ ਇਸ ਵਾਰੀ ਥੋੜਾ ਜਿਹਾ ਐਗਰੀ ਹੋਈ ਸੀਗੀ, ਜੇ 100 ਰੁਪਈਆ ਬੋਨਸ ਜਿਹੜੇ ਕਿਸਾਨ ਸਟਰਾ ਮੈਨੇਜਮੈਂਟ ਕਰਦੇ ਆ, ਜੇ ਫਾਰਮ ਮਿਲਦਾ ਮੰਡੀ ਚੋਂ, ਪਰਟੀਕੂਲਰ ਉਹਨਾਂ ਕਿਸਾਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਕਿ ਜਿਹੜੇ ਕਿਸਾਨ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਾਂਗੇ। ਉਹਨਾਂ ਨੂੰ 100 ਰੁਪਈਆ ਬੋਨਸ ਜਿਹੜਾ ਪ੍ਰਤੀ ਕੁਇੰਟਲ, ਜਿਵੇਂ ਕਿ 20 ਕੁਇੰਟਲ ਵੀ ਨਿਕਲ ਜਾਏ ਐਵਰੇਜ 2000 ਰੁਪਇਆ ਮਿਲ ਜਾਏਗਾ, ਉਹ ਕੰਪਲਸੇਟ ਉਹਨਾਂ ਨੂੰ ਕਿਸਾਨ ਦੂਸਰੇ ਵੀ ਇਹਦੇ ਨਾਲ ਜੁੜਨਗੇ ਔਰ ਇਸ ਤਰ੍ਹਾਂ ਦਾ ਕੋਆਪਰੇਸ਼ਨ ਜੀ ਜਿਹੜੀ ਇਹ ਬਣਾ ਕੇ, ਬਜਾਏ ਕਿ ਦੂਜੇ ਤੇ ਦੂਸ਼ਣਬਾਜ਼ੀ ਕਰਨ ਨਾਲੋਂ ਜੇ ਅਸੀਂ ਸੁਹਿਰਦਤਾ ਨਾਲ ਕੰਮ ਕਰਾਂਗੇ। ਫਿਰ ਮੈਂ ਇੱਥੇ ਇੱਕ ਇਹ ਵੀ ਗੱਲ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਇਹ 5-7 ਸਾਲ ਤੋਂ ਪੋਲਿਊਸ਼ਨ ਜਿਹੜਾ ਵਾ ਸਾਡਾ 15-20 ਦਿਨ ਹੀ ਜ਼ਿਆਦਾ ਬਣਿਆ ਰਹਿੰਦਾ, ਬਾਕੀ ਹੋਰ ਵੀ ਬਹੁਤ ਸਾਰੇ ਪੋਲਿਊਸ਼ਨ ਦੇ ਕਾਰਨ ਹੁੰਦੇ ਆ, ਇਹ 20 ਦਿਨ ਦਾ ਸਾਰਾ ਸਾਈਕਲ ਹੁੰਦਾ ਵਾ। ਸੋ ਉਹਦੇ ਵਿੱਚ ਠੀਕ ਹੈ ਕਿ ਮਤਲਬ ਜਿਹੜਾ ਹੈਗਾ ਇੰਡੈਕਸ ਜਿਹੜਾ ਵਾ ਪੋਲਿਊਸ਼ਨ ਦਾ ਬਹੁਤ ਵੱਧ ਜਾਂਦਾ ਵਾ, ਬਟ ਇਹਦੇ ਵਿੱਚ ਮੈਂ ਚਾਹੁੰਦਾ ਕਿ ਜਦੋਂ ਕਿ ਇਹ ਹੁਣ ਇੰਨਾ ਵੱਡਾ ਇਸ਼ੂ ਬਣਿਆ ਹੋਇਆ ਵਾ ਹਰਿਆਣਾ ਦਾ, ਪੰਜਾਬ ਦਾ, ਤੇ ਸਾਨੂੰ ਇਹਦੇ ਵਿੱਚ ਇੱਕ ਬੋਰਡ ਜਿਹੜਾ ਵਾ ਸਟਰਾ ਮੈਨੇਜਮੈਂਟ ਬੋਰਡ ਪਰਟੀਕੂਲਰ ਪੰਜਾਬ ਦੇ ਵਿੱਚ ਇੱਕ ਸੈਟਅਪ ਕਰਨਾ ਚਾਹੀਦਾ। ਉਹਦੇ ਵਿੱਚ ਸਾਡੇ ਕੋਲ ਐਗਰੀਕਲਚਰ ਦੇ ਸਾਇੰਟਿਸਟ, ਯੂਨੀਵਰਸਿਟੀ ਦੇ ਮਾਹਰ, ਐਗਰੀਕਲਚਰ ਦੇ ਫੀਲਡ ਦੇ ਵਿੱਚ ਕੰਮ ਕਰਨ ਲਈ ਵਧੀਆ ਜਿਹੜੇ ਇੰਜੀਨੀਅਰਸ ਨੇ ਜਾਂ ਸਾਇੰਟਿਸਟ ਨੇ, ਖੇਤੀਬਾੜੀ ਦੇ ਮਾਹਿਰ ਨੇ ਜਾਂ ਪ੍ਰੋਗਰੈਸਿਵ ਕਿਸਾਨ ਨੇ, ਇਹਨਾਂ ਦਾ ਇੱਕ ਮਤਲਬ ਵੱਖਰਾ ਇੱਕ ਵਧੀਆ ਇੱਕ ਬਣਾਉਣਾ ਚਾਹੀਦਾ ਵਾ, ਇੱਕ ਸੈਟਅਪ, ਇੱਕ ਬੋਰਡ ਹੋਵੇ, ਉਹਦੇ ਵਿੱਚ ਨੁਮਾਇੰਦਗੀ ਕਰਨ ਤੇ ਉਹਦਾ ਕੋਆਰਡੀਨੇਸ਼ਨ ਡਿਪਾਰਟਮੈਂਟ ਐਗਰੀਕਲਚਰ ਦੇ ਨਾਲ, ਫਾਰਮਰ ਕਮਿਸ਼ਨ ਦੇ ਨਾਲ ਤੇ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਹੋਵੇ, ਤਾਂ ਇਹ ਕੰਮ ਜਿਹੜਾ ਇਹ ਹੋਰ ਅੱਗੇ ਵਧ ਸਕਦਾ। ਸੋ ਮੇਰੀ ਆਪਣਾ ਓਪੀਨੀਅਨ ਹੈ ਕਿ ਇਦਾਂ ਦਾ ਇੱਕ ਵੱਖਰਾ ਇੱਕ ਬੋਰਡ ਜਿਹੜਾ ਵਾ ਬਣਨਾ ਚਾਹੀਦਾ ਵਾ, ਸਟਰਾ ਮੈਨੇਜਮੈਂਟ ਬੋਰਡ, ਜਿਹੜਾ ਕਿ ਇਹਦਾ ਦਾ ਇਸ ਇਸ਼ੂ ਨੂੰ ਜਿਹੜਾ ਸਾਰਾ ਉਹ ਸਾਂਭੇ। ਇੱਥੇ ਮੈਂ ਇੱਕ ਗੱਲ ਹੋਰ ਜੋੜਾਂਗਾ ਕਿ ਮੈਨੇਜਮੈਂਟ ਬੋਰਡ ਬਹੁਤ ਵਧੀਆ ਇਹਨਾਂ ਨੇ ਸਲਾਹ ਦਿੱਤੀ ਹੈ ਸਰਕਾਰ ਨੂੰ ਕਿ ਮੈਨੇਜਮੈਂਟ ਬੋਰਡ ਬਣਨਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਜਿਹੜੀ ਮਿਕਸ ਤੁਹਾਡੀ ਰਾਏ ਹੈ ਨਾ ਸਾਰੇ ਪੱਖਾਂ ਦੀ, ਉਹ ਇੱਕ ਜਗ੍ਹਾ ਇਕੱਠੀ ਹੋ ਜਾਏਗੀ, ਇੱਕ ਮੰਚ ਤੇ ਆਊਗੀ। ਤੇ ਦੂਸਰੀ ਉਹਦੇ 'ਚ ਇੱਕ ਚੀਜ਼ ਹੋਰ ਐਡ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੀ ਵੀ ਸਬਸਿਡੀ ਦੇਣੀ ਹੈ ਜਾਂ ਤੁਸੀਂ ਜੋ ਵੀ ਸਹਾਇਤਾ ਦੇਣੀ ਹੈ ਕਿਸਾਨ ਤੱਕ ਪਹੁੰਚਾਣੀ ਹੈ, ਉਹ ਇੱਕ ਫੂਲ ਪ੍ਰੂਫ ਸਿਸਟਮ ਹੋਣਾ ਚਾਹੀਦਾ ਹੈ ਤਾਂ ਕਿ ਉਹ ਸਹੀ ਹੱਥਾਂ ਤੱਕ ਪਹੁੰਚ ਸਕੇ। ਜੀ ਸੋ ਕੋਸ਼ਿਸ਼ ਕੀਤੀ ਹੈ ਜੀ ਅਸੀਂ ਕਿ ਪਰਾਲੀ ਪ੍ਰਬੰਧਾਂ ਨੂੰ ਲੈ ਕੇ ਜਿਹੜੀ ਇਹ ਚਰਚਾ ਸਾਰਥਕ ਹੋਵੇ ਤੇ ਕਿਸਾਨੀ ਤੱਕ ਇੱਕ ਵਧੀਆ ਸੰਦੇਸ਼ ਜਿਹੜਾ ਉਹ ਪਹੁੰਚੇ। ਸੋ ਇਸ ਚਰਚਾ ਦਾ ਹਿੱਸਾ ਬਣ ਲਈ ਰੰਧਾਵਾ ਸਾਹਿਬ, ਖੁਰਾਣਾ ਸਾਹਿਬ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।